ਦੱਸ ਦੇ ਕਿ ਸਰਕਾਰ ਵੱਲੋਂ ਹੁਣ ਨਵੀਂ ਐਜੂਕੇਸ਼ਨ ਪਾਲਿਸੀ ਦਾ ਐਲਾਨ ਕੀਤਾ ਗਿਆ ਹੈ। ਨਵੀਂ ਸਿੱਖਿਆ ਨੀਤੀ ਦਾ ਐਲਾਨ ਹੁਣ ਸਰਕਾਰ ਵੱਲੋਂ ਕੀਤਾ ਗਿਆ ਹੈ। ਮੇਜਰ ਰਿਫਾਰਮਸ ਕੀਤੇ ਗਏ ਨੇ, ਜਿਸ ਦੇ ਤਹਿਤ ਸਕੂਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਦੇ ਵੱਡੇ ਬਦਲਾਅ ਕੀਤੇ ਗਏ ਨੇ। ਨਵੀਂ ਨੀਤੀ ਤਹਿਤ ਹੁਣ 5ਵੀਂ ਤੱਕ ਮਾਂ ਬੋਲੀ ਦੇ ਵਿੱਚ ਪੜ੍ਹਾਈ ਜਾਵੇਗੀ। ਸੋ ਨਵੀਂ ਨੀਤੀ ਤਹਿਤ ਹੁਣ 5ਵੀਂ ਤੱਕ ਜੋ ਹੈ ਮਾਂ ਬੋਲੀ ਦੇ ਵਿੱਚ ਪੜ੍ਹਾਈ ਕਰਵਾਈ ਜਾਵੇਗੀ। ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਦਾਖਲਿਆਂ ਲਈ ਸਾਂਝੀ ਦਾਖਲਾ ਪ੍ਰੀਖਿਆ ਕੌਮੀ ਟੈਸਟਿੰਗ ਏਜੰਸੀ ਲਵੇਗੀ। ਇਸ ਇਲਾਵਾ ਐਮਫਿਲ ਨੂੰ ਹੁਣ ਖਤਮ ਕਰਤਾ ਗਿਆ। ਤੀਜੀ, ਪੰਜਵੀਂ ਅਤੇ 8ਵੀਂ ਜਮਾਤਾਂ ਦੀਆਂ ਸਕੂਲ ਵਿੱਚ ਹੀ ਪ੍ਰੀਖਿਆਵਾਂ ਹੋਣਗੀਆਂ। ਦੱਸਦੀ ਕਿ ਤੀਜੀ, ਪੰਜਵੀਂ ਅਤੇ 8ਵੀਂ ਜਮਾਤ ਦੀਆਂ ਜੋ ਪ੍ਰੀਖਿਆਵਾਂ ਨੇ ਉਹ ਸਕੂਲ ਵਿੱਚ ਹੀ ਹੋਣਗੀਆਂ। ਨਵੀਂ ਕੌਮੀ ਸਿੱਖਿਆ ਨੀਤੀ ਨੂੰ ਕੇਂਦਰੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਸੋ ਨਵੀਂ ਸਿੱਖਿਆ ਨੀਤੀ ਦਾ ਐਲਾਨ ਕੀਤਾ ਗਿਆ ਹੈ। ਸੋ ਮੇਜਰ ਰਿਫਾਰਮਸ ਜਿਹੜੇ ਨੇ ਉਹ ਕੀਤੇ ਗਏ ਨੇ, ਜਿਸ ਦੇ ਤਹਿਤ ਇਹ ਐਲਾਨ ਕੀਤੇ ਗਏ ਨੇ। ਹੁਣ ਦੱਸਦੀ ਕਿ ਸਕੂਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਇਹ ਵੱਡੇ ਬਦਲਾਅ ਜਿਹੜੇ ਨੇ ਉਹ ਸਰਕਾਰ ਨੇ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨੂੰ ਕਿ ਕੇਂਦਰ ਤੋਂ ਮਨਜ਼ੂਰੀ ਵੀ ਮਿਲ ਗਈ ਹੈ। ਦੱਸਦੀ ਕਿ ਨਵੀਂ ਨੀਤੀ ਤਹਿਤ ਹੁਣ 5ਵੀਂ ਤੱਕ ਮਾਂ ਬੋਲੀ ਦੇ ਵਿੱਚ ਹੀ ਪੜ੍ਹਾਈ ਕਰਵਾਈ ਜਾਵੇਗੀ ਅਤੇ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਦਾਖਲਿਆਂ ਲਈ ਸਾਂਝੀ ਦਾਖਲਾ ਪ੍ਰਕਿਰਿਆ ਕੌਮੀ ਟੈਸਟਿੰਗ ਏਜੰਸੀ ਲਵੇਗੀ। ਔਰ ਉਧਰ ਕੇਂਦਰ ਵੱਲੋਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। HRD ਮੰਤਰਾਲੇ ਦਾ ਨਾਮ ਬਦਲ ਕੇ ਹੁਣ ਸਿੱਖਿਆ ਮੰਤਰਾਲਾ ਕੀਤਾ ਗਿਆ ਹੈ। 3 ਅਤੇ 4 ਸਾਲ ਦੇ ਡਿਗਰੀ ਕੋਰਸ ਵਿੱਚ ਮਲਟੀਪਲ ਐਂਟਰੀ ਅਤੇ ਐਗਜ਼ਿਟ ਦੀ ਇਜਾਜ਼ਤ ਦਿੱਤੀ ਗਈ ਹੈ। ਦੱਸ ਦਈਏ ਕਿ ਪਹਿਲੇ ਸਾਲ ਤੋਂ ਬਾਅਦ ਸਰਟੀਫਿਕੇਟ, ਦੂਜੇ ਸਾਲ ਤੋਂ ਬਾਅਦ ਡਿਪਲੋਮਾ ਅਤੇ ਤੀਜੇ ਅਤੇ ਚੌਥੇ ਸਾਲ ਤੋਂ ਬਾਅਦ ਡਿਗਰੀ ਮਿਲੇਗੀ। ਸੋ ਕੇਂਦਰ ਵੱਲੋਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। MA ਪਾਸ ਵਿਦਿਆਰਥੀ ਬਿਨਾਂ ਐਮਫਿਲ ਦੇ PhD ਹੁਣ ਕਰ ਸਕਣਗੇ। ਸੋ ਇਹ ਨਵੀਂ ਜਿਹੜੀ ਹੈ ਨੀਤੀ ਨੂੰ ਮਨਜ਼ੂਰੀ ਮਿਲ ਗਈ ਹੈ। ਉੱਚ ਸਿੱਖਿਆ ਲਈ ਸਿੰਗਲ ਰੈਗੂਲੇਟਰ ਹੋਵੇਗਾ। ਸੋ ਨਵੇਂ ਰਿਫਾਰਮਸ ਦੇ ਤਹਿਤ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਮਨਜ਼ੂਰੀ ਜੋ ਹੈ ਉਹ ਦਿੱਤੀ ਗਈ ਹੈ। ਖੇਤਰੀ ਭਾਸ਼ਾਵਾਂ ਦੇ ਵਿੱਚ ਵਿਕਸਿਤ ਜੋ ਨੇ ਉਹ ਪਾਠਕ੍ਰਮ ਕੀਤੇ ਜਾਣਗੇ। ਸੋ ਖੇਤਰੀ ਭਾਸ਼ਾਵਾਂ ਨੂੰ ਹੁਣ ਵਧਾਵਾ ਦਿੱਤਾ ਜਾ ਰਿਹਾ ਹੈ। ਖੇਤਰੀ ਭਾਸ਼ਾਵਾਂ ਵਿੱਚ ਵਿਕਸਿਤ ਹੋਣਗੇ ਪਾਠਕ੍ਰਮ। GDP ਦਾ 6% ਹਿੱਸਾ ਸਿੱਖਿਆ ਖੇਤਰ ਦੇ ਵਿੱਚ ਖਰਚ ਕੀਤਾ ਜਾਵੇਗਾ। ਸੋ तमाम ਰਿਫਾਰਮਸ ਕੀਤੇ ਗਏ ਨੇ। HRD ਮੰਤਰਾਲੇ ਦਾ ਨਾਮ ਹੁਣ ਬਦਲ ਕੇ ਸਿੱਖਿਆ ਮੰਤਰਾਲਾ ਕਰ ਦਿੱਤਾ ਗਿਆ। ਡਾਕਟਰ ਦਲਜੀਤ ਸਿੰਘ ਚੀਮਾ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਚੀਮਾ ਜੀ, ਜਿਸ ਤਰ੍ਹਾਂ ਨਾਲ ਕੇਂਦਰ ਵੱਲੋਂ ਇਹ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ, ਇਹ ਜੋ ਨਵੇਂ ਰਿਫਾਰਮਸ ਕੀਤੇ ਗਏ ਨੇ, ਕੀ ਕਹਿਣਾ ਤੁਹਾਡਾ ਇਹਨੇ ਤੇ? देखो, पहली तो गल है कि मैं देश के एजुकेशन मिनिस्टर साहब को बधाई दिना कि 28 साल बाद जी है पॉलिसी के बड़िया वड्डियां तब्दीलियां करके नवी एजुकेशन पॉलिसी जी आई और समय के मुताबिक, क्योंकि डिजिटल टैक्नोलॉजी के आने के करके बहुत वड्डियां तब्दीलियां पिछले समय के हो चुकी और काफ़ी वड्डियां चेंजेस जिहड़ियां इस एजुकेशन पॉलिसी दे विच है। एक तो यह है कि पहला 6 साल तो लैके 14 साल का जिहड़ा बच्चा उन्होंने असीं पहला राइट टू एजुकेशन विच लिया सीगा जी, लेकिन अर्ली चाइल्डहुड केयर एंड एजुकेशन जिहड़ी है ਉਹਦੇ ਵਿੱਚ 3 ਸਾਲ ਦੇ ਬੱਚੇ ਨੂੰ ਜਿਹੜੀ ਹੈ ਕੋਈ ਸ਼ਮੂਲੀਅਤ ਕਰਾਉਣ ਦੀ ਕੋਈ ਪਾਲਿਸੀ ਦੇ ਵਿੱਚ ਹਿੱਸਾ ਨਹੀਂ ਸੀਗਾ। ਹੁਣ ਸਾਰੇ ਦੇਸ਼ ਦੇ ਵਿੱਚ ਇੱਕ ਸਾਲ ਨੀਤੀ ਬਣੀ ਹੈ ਔਰ 3 ਸਾਲ ਤੋਂ ਲੈ ਕੇ ਬੱਚੇ ਨੂੰ ਪਹਿਲਾਂ ਜਿਹੜਾ ਉਹ ਐਜੂਕੇਸ਼ਨ ਦੀ ਪਾਲਿਸੀ ਦਾ ਹਿੱਸਾ ਬਣਾਇਆ ਗਿਆ। ਇਹਦੇ ਨਾਲ ਇੱਕ ਯੂਨੀਫਾਰਮਿਟੀ ਜਿਹੜੀ ਆ ਉਹ ਜ਼ਰੂਰ ਆਏਗੀ ਜੀ, ਕਿਉਂਕਿ ਪਹਿਲਾਂ ਪ੍ਰਾਈਵੇਟ ਸੈਕਟਰ ਦੇ ਵਿੱਚ LKG, ਨਰਸਰੀ ਜਾਂ UKG ਇਹ ਕਲਾਸਿਸ ਸੀਗੀਆਂ, ਲੇਕਿਨ ਗਵਰਨਮੈਂਟ ਸੈਕਟਰ ਦੇ ਵਿੱਚ ਫਸਟ ਤੋਂ ਸ਼ੁਰੂ ਹੁੰਦੇ 6 ਤੋਂ 14 ਦੀ ਬਜਾਏ ਹੁਣ 3 ਸਾਲ ਤੋਂ ਹੀ ਬੱਚੇ ਨੂੰ ਜਿਹੜਾ ਐਜੂਕੇਸ਼ਨ ਪਾਲਿਸੀ ਦੇ ਵਿੱਚ ਲੈ ਲਿਆ ਗਿਆ ਹੈ ਕਿ ਯੂਨੀਫਾਰਮਿਟੀ ਉਹਦੇ ਨਾਲ ਆਏਗੀ। ਇਹ ਅੱਛੀ, ਬਹੁਤ ਕਾਫੀ ਅੱਛੀ ਚੀਜ਼ ਹੈ। ਔਰ ਇੱਕ ਜਿਹੜੀ ਰਿਜਿਡਿਟੀ ਹੈ ਸਬਜੈਕਟਸ ਦੀ ਉਹ ਘਟਾ ਕੇ ਔਰ ਬੱਚੇ ਦਾ ਬਰਡਨ ਵੀ ਪਿਛਲੀਆਂ ਕਲਾਸਿਸ ਦੇ ਵਿੱਚ ਘਟਾ ਕੇ ਜਿਹੜੀ ਹੈ ਬੱਚੇ ਵਾਸਤੇ, ਚਾਹੇ ਹਾਇਰ ਐਜੂਕੇਸ਼ਨ ਹੈ ਚਾਹੇ ਸਕੂਲ ਐਜੂਕੇਸ਼ਨ ਹੈ, ਹਾਇਰ ਐਜੂਕੇਸ਼ਨ ਦੇ ਵਿੱਚ ਜਾ ਕੇ ਵੀ ਮਲਟੀਪਲ ਐਂਟਰੀ ਸਿਸਟਮ, ਐਗਜ਼ਿਟ ਸਿਸਟਮ, ਜਿਸ ਤਰ੍ਹਾਂ ਬਾਹਰਲੇ ਦੇਸ਼ਾਂ ਦੇ ਵਿੱਚ ਹੁੰਦਾ ਹੈ ਕਿ ਜੇ ਬੱਚਾ ਕਿਸੇ ਵੇਲੇ ਛੱਡ ਵੀ ਦਿੰਦਾ ਕਲਾਸ, ਨਹੀਂ ਵੀ ਕਿਸੇ ਮਜਬੂਰੀ ਕਰਕੇ ਕੰਟੀਨਿਊ ਕਰ ਸਕਦਾ ਤਾਂ ਉਹਨੂੰ ਦੁਬਾਰਾ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਫਿਰ ਆ ਕੇ ਆਪਣੀ ਐਜੂਕੇਸ਼ਨ ਕੰਪਲੀਟ ਕਰ ਲਵੇ। ਇਸ ਕਰਕੇ ਮਲਟੀਪਲ ਐਂਟਰੀ ਸਿਸਟਮ, ਮਲਟੀਪਲ ਐਗਜ਼ਿਟ ਸਿਸਟਮ ਜਿਹੜੀਆਂ ਸਟੇਟਾਂ ਦੀਆਂ ਲੈਂਗੁਏਜ ਆ ਉਹਨੂੰ ਜਿਹੜੀ ਬੇਸਿਕ ਐਜੂਕੇਸ਼ਨ ਹੈ ਉਹਦੇ ਵਿੱਚ ਪ੍ਰੋਪਰ ਜਗ੍ਹਾ ਦਿੱਤੀ ਗਈ ਹੈ। ਇਹ ਬਹੁਤ ਇੰਪੋਰਟੈਂਟ ਆ ਕਿਉਂਕਿ
ਅੱਜ ਕੱਲ ਸਾਡਾ ਜ਼ੋਰ ਜਿਹੜਾ ਅੰਗਰੇਜ਼ੀ ਤੇ ਲੱਗ ਗਿਆ ਸੀ, ਉਹਦੇ ਕਰਕੇ ਬੱਚਿਆਂ ਨੂੰ ਜ਼ਿਆਦਾ ਦਿੱਕਤਾਂ ਹੁੰਦੀਆਂ ਸੀ, ਵੱਡਾ ਬਰਡਨ ਹੁੰਦਾ ਸੀ। ਇਸ ਕਰਕੇ ਆਪਣੀ ਮਦਰ ਟੰਗ ਨੂੰ, ਆਪਣੀਆਂ ਰੀਜਨਲ ਲੈਂਗੁਏਜ ਨੂੰ ਐਨਕਰੇਜ ਕਰਨ ਵਾਸਤੇ ਵੀ ਜਿਹੜੀ ਪਾਲਿਸੀ ਦੇ ਵਿੱਚ ਰੱਖਿਆ ਗਿਆ ਇਹ ਬੜੀ ਅੱਛੀ ਚੀਜ਼ ਹੈ ਜੀ। ਔਰ ਹਾਇਰ ਐਜੂਕੇਸ਼ਨ ਦੇ ਔਰ ਓਵਰਆਲ ਐਜੂਕੇਸ਼ਨ ਵਾਸਤੇ ਨੈਸ਼ਨਲ ਐਜੂਕੇਸ਼ਨ ਕਮਿਸ਼ਨ ਬਣਾਉਣ ਦਾ ਜਿਹੜਾ ਕੰਮ ਹੈ ਕਿ ਇੱਕ ਓਵਰਆਰਕਿੰਗ ਬਾਡੀ ਜਿਹੜੀ ਕਿ ਪ੍ਰਾਈਮ ਮਿਨਿਸਟਰ ਦੇ ਅੰਦਰ ਡਾਇਰੈਕਟ ਬਣੇਗੀ। ਮੈਂ ਸਮਝਦਾ ਕਿ ਇਹਦੇ ਨਾਲ ਬੜੇ ਵੱਡੇ ਡਿਸੀਜਨ ਜਿਹੜੇ ਲੇਟ ਹੁੰਦੇ ਸੀ ਐਜੂਕੇਸ਼ਨ ਦੇ ਵਿੱਚ, ਇੱਕ ਸਿੰਗਲ ਅਥਾਰਟੀ ਇਸ ਲੈਵਲ ਤੇ ਨੈਸ਼ਨਲ ਲੈਵਲ ਦੇ ਉੱਤੇ ਡਾਇਰੈਕਟ ਪ੍ਰਾਈਮ ਮਿਨਿਸਟਰ ਦੇ ਅੰਦਰ ਬਣਨ ਦੇ ਨਾਲ ਬਿਲਕੁਲ ਖਾਸ ਤੌਰ ਤੇ ਖੇਤਰੀ ਭਾਸ਼ਾਵਾਂ ਨੂੰ ਵੀ ਵਿਕਸਿਤ ਕਰਨ ਦੇ ਲਈ ਜੋ ਈਟ ਪਾਠਕ੍ਰਮ ਦੀ ਗੱਲ ਕਹੀ ਗਈ ਹੈ, ਸੋ ਖੇਤਰੀ ਭਾਸ਼ਾਵਾਂ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਗਈ ਹੈ। ਹਾਂ ਬਿਲਕੁਲ, ਇਹ ਬੜੀ ਜ਼ਰੂਰੀ ਸੀਗਾ ਕਿਉਂਕਿ 5ਵੀਂ ਤੱਕ ਉਹਨਾਂ ਨੇ ਕਿਹਾ ਕਿ ਸਾਰੀ ਐਜੂਕੇਸ਼ਨ 8ਵੀਂ ਤੱਕ ਵੀ ਜ਼ੋਰ ਦਿੱਤਾ ਜਾਣਾ ਚਾਹੀਦਾ ਮਦਰ ਟੰਗ ਦੇ ਉੱਤੇ, ਸਥਾਨਕ ਭਾਸ਼ਾਵਾਂ ਦੇ ਉੱਤੇ। ਇਹ ਬੱਚਿਆਂ ਵਾਸਤੇ ਬੜੀਆਂ ਅੱਛੀਆਂ ਚੀਜ਼ਾਂ ਜੀ। ਔਰ ਸਕੂਲਾਂ ਦਾ ਸਟੈਂਡਰਡਾਈਜੇਸ਼ਨ, ਸਕੂਲ ਕੰਪਲੈਕਸ ਦਾ ਜਿਹੜਾ ਕਨਸੈਪਟ ਹੈ, ਕਿਉਂਕਿ ਅੱਜ ਬਹੁਤ ਮੈਨ ਪਾਵਰ ਅੱਜ ਦੇ ਦਿਨ ਦੇ ਵਿੱਚ ਸਾਡੀ ਵੇਸਟ ਹੋ ਰਹੀ ਜੀ, ਔਰ ਜੋ এনवायरमेंट ਸਕੂਲ ਦਾ ਚਾਹੀਦਾ ਉਹ এনवायरमेंट ਨਹੀਂ ਬਣ ਰਿਹਾ। ਇਹਦੇ ਵਿੱਚ ਸਕੂਲ ਸਟੈਂਡਰਡਾਈਜੇਸ਼ਨ ਅਥਾਰਟੀ ਬਣਾਉਣ ਦਾ ਵੀ ਜਿਹੜਾ ਸਟੇਟ ਲੈਵਲ ਦੇ ਉੱਤੇ ਉਹ ਜ਼ਿਕਰ ਕੀਤਾ ਗਿਆ। ਜਿਹੜਾ ਮੇਨ ਫੋਕਸ ਹੈ ਕਿ ਕੁਆਲਿਟੀ ਆਫ ਐਜੂਕੇਸ਼ਨ ਔਰ ਇਕੁਇਟੇਬਲ ਐਜੂਕੇਸ਼ਨ, ਇਹ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ। ਬਿਲਕੁਲ ਜੀ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਦਲਜੀਤ ਸਿੰਘ ਚੀਮਾ ਜੀ ਸਾਡੇ ਨਾਲ ਗੱਲ ਕਰਨ ਲਈ। ਸੋ ਕੁਆਲਿਟੀ ਆਫ ਐਜੂਕੇਸ਼ਨ ਔਰ ਖਾਸ ਤੌਰ ਤੇ ਜੋ ਰਿਫਾਰਮਸ ਕੀਤੇ ਗਏ ਨੇ, ਇਸ ਨਾਲ ਸਿੱਖਿਆ ਦਾ ਮਿਆਰ ਉੱਚਾ ਚੁੱਕੇਗਾ, ਬੱਚਿਆਂ ਨੂੰ ਇਸ ਦਾ ਫਾਇਦਾ ਹੋਏਗਾ ਔਰ ਖਾਸ ਤੌਰ ਤੇ ਜੋ ਖੇਤਰੀ ਭਾਸ਼ਾਵਾਂ ਨੇ ਉਸ ਨੂੰ ਵੀ ਵਧਾਵਾ ਇਹਨਾਂ ਨੀਤੀਆਂ ਤਹਿਤ ਦਿੱਤਾ ਗਿਆ।